ਪਾਕਿਸਤਾਨੀ ਪੰਜਾਬੀ ਕਹਾਣੀ ਜੋ ਮਰਨ ਮਿੱਤਾਂ ਦੇ ਅੱਗੇ। ਲੇਖਕ ਆਸ਼ਿਕ, ਅਨੁਵਾਦਕ ਮਹਿੰਦਰ ਬੇਦੀ ਜੈਤੋਂ। ਉਹ ਕੱਲਮ ਕੱਲਾ ਇੱਧਰ ਉੱਧਰ ਉੱਡਦਾ ਫਿਰਦਾ ਸੀ। ਇੱਥੇ ਉਹਨੂੰ ਬੜਾ ਸਵਾਦ ਆਇਆ ਸੀ। ਹਰ ਪਾਸੇ ਹਰਿਆਲੀ ਹਰਿਆਲੀ ਸੀ। ਦਰਿਆ ਨੇ ਦੂਰ ਦੂਰ ਤੀਕ ਆਪਣੀਆਂ ਬਾਹਾਂ ਖਿਲਾਰੀਆਂ ਹੋਈਆਂ ਸਨ। ਕਿਧਰੇ ਕਿਧਰੇ ਲਿੱਸਾ ਦਰਿਆ ਦਾ ਪਾਣੀ ਕਿਸੇ ਵੱਡੀ ਧਨ ਤੀਕਰ ਪੜਾ ਦਿੰਦੀਆਂ ਸਨ ਤੇ ਫਿਰ ਇਹ ਧਨ ਅਗਲੇ ਹੜ੍ਹ ਤੀਕਰ ਪਾਣੀ ਨਾਲ ਭਰੀ ਰਹਿੰਦੀ ਸੀ। ਉਂਝ ਤੇ ਜੰਨਤ ਵਰਗਾ ਰਕਬਾ ਅਣਗਿਣਤ ਕਿਸਮਾਂ ਦੇ ਪੰਖੀਆਂ ਨਾਲ ਭਰਿਆ ਸੀ, ਪਰ ਉਹਦੇ ਨਾਲ ਦਾ ਹੋਰ ਕੋਈ ਵੀ ਨਹੀਂ ਸੀ। ਉਹ ਇੱਕ ਜਵਾਨ ਨਰ ਪੈਲੀਕਨ ਸੀ ਜਿਹੜਾ ਆਪਣੀ ਪਹਿਲੀ ਉਡਾਰ ਤੇ ਇੱਥੇ ਅਪੜਿਆ ਸੀ। ਫਿਰ ਇਹ ਇਲਾਕਾ ਉਹਨੂੰ ਇੰਨਾ ਚੰਗਾ ਲੱਗਾ ਕਿ ਉਹਦਾ ਹੋਰ ਕਿਧਰੇ ਜਾਣ ਨੂੰ ਕਈ ਦਿਲ ਨਾ ਕੀਤਾ। ਇੱਥੇ ਉਹਦੇ ਚੋਗੇ ਤੇ ਸ਼ਿਕਾਰ ਦੀ ਵੀ ਕੋਈ ਥੋੜ ਨਹੀਂ ਸੀ। ਉਹ ਦਰਿਆ ਦੀਆਂ ਲਿੱਸਾਂ ਦੇ ਅਥਲੇ ਪਾਣੀ ਵਿੱਚੋਂ ਮੱਛੀਆਂ ਦੀ ਪੂੰਘ ਦਾ ਸ਼ਿਕਾਰ ਖੇਡਦਾ ਤੇ ਫਿਰ ਲਾਗੇ ਦੀ ਕਿਸੇ ਵੱਡੀ ਧਨ ਦੇ ਵਿਚਕਾਰ ਡੂੰਘੇ ਪਾਣੀ ਉੱਤੇ ਇੰਜ ਹਲਕੋਰੇ ਲੈਂਦਾ ਤਰਦਾ ਰਹਿੰਦਾ ਜਿਵੇਂ ਕੋਈ ਪਰਦੇ ਵਾਲੀ ਬੇੜੀ ਹਿਚਕੋਲੇ ਲੈ ਲੈ ਕੇ ਤੈਰਦੀ ਹੋਵੇ। ਉਹ ਬੜੇ ਖੁੱਲ੍ਹੇ ਹੱਡਾਂ ਦਾ ਪੈਲੀਕਨ ਸੀ। ਭੇਡ ਦੇ ਲੇਲੇ ਵਰਗਾ ਕੱਦ ਕਾਠ, ਉਹਦੀ ਲੰਮੀ ਤੇ ਚੌੜੀ ਚੁੰਝ ਸਰ੍ਹੋਂ ਰੰਗੀ ਸੀ ਤੇ ਉਹਦੇ ਥੱਲੇ ਸਰ੍ਹੋਂ ਰੰਗੇ ਮਾਸ ਦੀ ਇੱਕ ਪੋਟਲੀ ਜਿਹੀ ਲਮਕੀ ਹੋਈ ਸੀ। ਉਹਦੇ ਪਰ ਦੁੱਧ ਵਰਗੇ ਚਿੱਟੇ ਸਨ, ਜਿਨ੍ਹਾਂ ਨੂੰ ਉਹ ਫੁਰਸਤ ਵੇਲੇ ਆਪਣੀ ਚੁੰਝ ਨਾਲ ਸਾਫ਼ ਕਰਨ 'ਚ ਰੁੱਝਿਆ ਰਹਿੰਦਾ। ਉਹਦੀਆਂ ਲੱਤਾਂ ਵੀ ਉਹਦੀ ਚੁੰਝ ਨਾਲ ਲਮਕੀ ਹੋਈ ਪੋਟੀ ਦੇ ਰੰਗ ਦੀਆਂ ਸਨ ਤੇ ਅੱਖਾਂ 'ਚ ਉਹਦੇ ਜੁੱਸੇ ਦੇ ਦੋਵੇਂ ਰੰਗ ਬੜੀ ਆਨ ਬਾਨ ਨਾਲ ਇਕੱਠੇ ਹੋ ਗਏ ਸਨ। ਉਹ ਇੰਝ ਹੀ ਇੱਕ ਧਨ ਤੋਂ ਦੂਜੀ ਧਨ ਤੇ ਕਰੁੜਦਾ ਫਿਰਦਾ ਸੀ ਤੇ ਜਦੋਂ ਉਹਨੂੰ ਆਪਣਾ ਜੋੜ ਦਿਸ ਪਿਆ, ਉਹਨਾਂ ਦੋਹਾਂ ਨੇ ਇੱਕ ਦੂਜੇ ਨੂੰ ਇਕੱਠਿਆਂ ਤੇ ਇੱਕੋ ਵੇਲੇ ਤੱਕਿਆ ਸੀ ਤੇ ਫਿਰ ਇਹ ਦੋਵੇਂ ਇੱਕ ਦੂਜੇ ਵੱਲ ਇੰਝ ਉੱਡੇ ਜਿਵੇਂ ਅਜ਼ਲਾਂ ਦੇ ਵਿਛੜੇ ਹੋਏ ਮਿਲਦੇ ਨੇ। ਹੁਣ ਇਹ ਜਿੱਥੇ ਵੀ ਜਾਂਦੇ ਇਕੱਠੇ ਹੀ ਜਾਂਦੇ, ਕੋਈ ਵੀ ਇੱਕ ਦੂਜੇ ਤੋਂ ਦੂਰ ਨਹੀਂ ਸੀ ਹੁੰਦਾ। ਇੰਝ ਜਿਵੇਂ ਜੁੱਸੇ ਦੋ ਸਨ ਪਰ ਉਹਨਾਂ ਦੀ ਰੂਹ ਇੱਕ ਹੀ ਸੀ। ਤੇ ਫਿਰ ਇੰਝ ਹੀ ਫਿਰਦਿਆਂ ਟੁਰਦਿਆਂ ਤੁਰਦਿਆਂ ਉੱਡਦਿਆਂ, ਫਿਰਦਿਆਂ ਟੁਰਦਿਆਂ ਤਰਦਿਆਂ ਉੱਡਦਿਆਂ ਇੱਕ ਦਿਨ ਉਹਨਾਂ ਦੇ ਜੁੱਸੇ ਵੀ ਇੱਕ ਹੋ ਗਏ। ਇਹ ਸਭ ਕੁਝ ਆਪਣੇ ਆਪ ਹੀ ਹੋ ਗਿਆ ਸੀ। ਕੋਈ ਕੋਸ਼ਿਸ਼ ਜਾਂ ਤਰੱਦਦ ਨਹੀਂ ਸੀ ਕਰਨਾ ਪਿਆ। ਕੁਦਰਤ ਨੇ ਉਹਨਾਂ ਨੂੰ ਜਿਹੜੇ ਕੰਮ ਲਈ ਬਣਾਇਆ ਸੀ ਉਹ ਹੋਣਾ ਸੀ ਤੇ ਹੋ ਕੇ ਹੀ ਰਿਹਾ। ਹੁਣ ਉਹ ਕਿਸੇ ਖਾਸ ਥਾਂ ਦੀ ਭਾਲ 'ਚ ਸਨ, ਦੂਜੇ ਸਭਨਾਂ ਪੰਖੀਆਂ ਤੇ ਜਾਨਦਾਰਾਂ ਤੋਂ ਦੂਰ, ਜਿੱਥੇ ਲਾਗੇ ਹੋਰ ਕੋਈ ਵੀ ਨਾ ਹੋਵੇ, ਨਾ ਸੱਜਣ ਤੇ ਨਾ ਹੀ ਕੋਈ ਵੈਰੀ, ਬਸ ਉਹ ਦੋਵੇਂ ਹੋਣ। ਫਿਰ ਉਹਨਾਂ ਨੂੰ ਆਪਣੀ ਪਸੰਦ ਦੀ ਥਾਂ ਲੱਭ ਹੀ ਗਈ। ਇਹ ਦਰਿਆ ਦੀ ਇੱਕ ਵਲਵਲੇਵੇਂ ਖਾਂਦੀ ਬੜੀ ਪਤਲੀ ਪਰ ਬੜੀ ਲੰਮੀ ਲੱਸ ਸੀ। ਇਹਦੇ ਦੋਵੇਂ ਪਾਸੇ ਬੜੇ ਉੱਚੇ ਉੱਚੇ ਨੜੇ ਉੱਗੇ ਸਨ। ਇਹ ਨੜੇ ਚੰਗੇ ਚੋਖੇ ਰਕਬੇ ਉੱਤੇ ਖਿਲਰੇ ਹੋਏ ਸਨ ਤੇ ਫਿਰ ਇੱਕ ਲਕੀਰ ਵਰਗੀ ਪਤਲੀ ਲੱਸ ਦੂਰ ਜਾ ਕੇ ਇੱਕ ਬੜੇ ਵੱਡੇ ਟੋਭੇ 'ਚ ਗੁਆਚ ਜਾਂਦੀ ਸੀ। ਇਸ ਟੋਭੇ ਦੁਆਲੇ ਵੀ ਨੜਿਆਂ ਦਾ ਇੱਕ ਵੱਡਾ ਜ਼ਖੀਰਾ ਉੱਗਿਆ ਹੋਇਆ ਸੀ ਤੇ ਇਹ ਨੜੇ ਬੜੇ ਸੰਘਣੇ ਉੱਗੇ ਸਨ ਤੇ ਉਹਨਾਂ 'ਚ ਥਾਂ ਥਾਂ ਤੇ ਜਲਣ ਤੇ ਖੋਭੇ ਸਨ, ਜਿਹਦਾ ਕਰਕੇ ਕੋਈ ਵੀ ਬੰਦਾ ਜਾਂ ਦੂਜੀ ਖਤਰਨਾਕ ਮਖਲੂਕ ਇਹਨਾਂ ਨੜਿਆਂ 'ਚੋਂ ਲੰਘ ਨਹੀਂ ਸੀ ਸਕਦੀ। ਇਹ ਥਾਂ ਉਹਨਾਂ ਦੋਹਾਂ ਜੀਆਂ ਨੂੰ ਬੜੀ ਚੰਗੀ ਲੱਗੀ ਤੇ ਉਹਨਾਂ ਇੱਥੇ ਕੱਖ ਕਾਨੇ ਇਕੱਠੇ ਕਰਕੇ ਆਵਣ ਵਾਲੇ ਵੇਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ। ਤੇ ਫਿਰ ਇੱਕ ਦਿਨ ਇਸੇ ਆਲ੍ਹਣੇ 'ਚ 8 ਅੰਡੇ ਇਕੱਠੇ ਹੋ ਗਏ। 8 ਅੰਡਿਆਂ ਦਾ ਮਤਲਬ ਸੀ ਵੀ ਧਰਤੀ ਨੂੰ ਸਜਾਵਣ ਤੇ ਸ਼ਿੰਗਾਰਨ ਲਈ ਇੱਕ ਵੱਡਾ ਦਾਨ। ਅਸਲ 'ਚ ਪੈਲੀਕਨ ਉਹਨਾਂ ਪੰਖੀਆਂ 'ਚੋਂ ਇੱਕ ਏ ਜਿਨ੍ਹਾਂ ਦੀ ਨਸਲ ਬਸ ਮੁੱਕਣ ਹੀ ਵਾਲੀ। ਇਹਦੇ ਕਾਰਨ ਇੱਕ ਤੋਂ ਵੱਧ ਹੋ ਸਕਦੇ ਨੇ, ਪਰ ਸਭਨਾਂ ਤੋਂ ਵੱਡਾ ਕਾਰਨ ਬੰਦਿਆਂ ਦੀਆਂ ਕਰਤੂਤਾਂ ਆਖਿਆ ਜਾ ਸਕਦਾ ਹੈ। ਤਾਕਤ ਦੀਆਂ ਦਵਾਈਆਂ ਤੇ ਮਾਜੂਨਾਂ ਲਈ ਹਕੀਮਾਂ ਨੂੰ ਪੈਲੀਕਨ ਦੀ ਚਰਬੀ ਦੀ ਹਮੇਸ਼ਾ ਲੋੜ ਪੈਂਦੀ ਰਹਿੰਦੀ ਹੈ, ਜਿਸ ਕਰਕੇ ਇਹਨਾਂ ਦੀ ਨਸਲ ਘਟਦਿਆਂ ਮੁੱਕਣ ਤੇ ਆ ਗਈ ਹੈ। ਤੇ ਪੈਲੀਕਨ ਉੱਡਣ ਵਾਲੇ ਪੰਖੀਆਂ 'ਚ ਸਭ ਤੋਂ ਵੱਡਾ ਹੋਣ ਦਾ ਮਾਣ ਵੀ ਕਰ ਸਕਦਾ ਹੈ, ਪਰ ਇਸ ਵਡਿਆਈ ਦਾ ਵੀ ਉਹਨੂੰ ਨੁਕਸਾਨ ਹੀ ਹੋਇਆ ਤੇ ਢੇਰ ਸਾਰਾ ਗੋਸ਼ਤ ਸ਼ਿਕਾਰੀਆਂ ਲਈ ਇੱਕ ਵੱਡੀ ਖਿੱਚ ਦਾ ਕਾਰਨ ਬਣ ਗਿਆ। ਉਂਝ ਪੈਲੀਕਨ ਵੱਡੀਆਂ ਵੱਡੀਆਂ ਡਾਰਾਂ ਬਣਾ ਕੇ ਤੇ ਕਾਲੋਨੀਆਂ ਦੀ ਸ਼ਕਲ ਵਿੱਚ ਉੱਡਣ ਵਸਣ ਵਾਲਾ ਪੰਖੀ ਹੈ। ਅੱਜ ਉਹਨਾਂ ਲਈ ਆਪਣਾ ਜੋੜ ਲੱਭਣਾ ਵੀ ਔਖਾ ਹੋ ਗਿਆ ਸੀ ਤੇ ਬਹੁਤ ਸਾਰੇ ਪੰਖੀਆਂ ਨੂੰ ਤੇ ਕਦੀ ਜੋੜ ਨਸੀਬ ਹੀ ਨਹੀਂ ਹੁੰਦਾ ਤੇ ਕੱਲਿਆਂ ਨਾਮੁਰਾਦੇ ਹੀ ਆਪਣੀ ਹਯਾਤੀ ਗੁਜ਼ਾਰਦੇ ਕਿਸੇ ਸ਼ਿਕਾਰੀ ਦਾ ਨਿਸ਼ਾਨਾ ਬਣ ਜਾਂਦੇ ਨੇ। ਕੁਦਰਤੀ ਮੌਤ ਇਹਨਾਂ ਨੂੰ ਘੱਟ ਹੀ ਨਸੀਬ ਹੁੰਦੀ ਹੈ।
ਕੁਦਰਤੀ ਮੌਤ ਇਹਨਾਂ ਨੂੰ ਘੱਟ ਹੀ ਨਸੀਬ ਹੁੰਦੀ ਏ ਤੇ ਇਸੇ ਕਰਕੇ 8 ਅੰਡੇ ਸਾਡੇ ਜੋੜੇ ਵੱਲੋਂ ਇੱਕ ਯੋਗਦਾਨ ਆਖਣਾ ਕੁਥਾਂ ਨਾ ਹੋਏਗਾ। ਹੁਣ ਇਹਨਾਂ ਦੋਵਾਂ ਜੀਆਂ ਨੂੰ ਹਯਾਤੀ ਦਾ ਇੱਕ ਮਕਸਦ ਲੱਭ ਗਿਆ ਸੀ। ਇਹ ਛੋਟਾ ਜਿਹਾ ਆਲ੍ਹਣਾ ਤੇ ਰਕਬਾ ਉਹਨਾਂ ਦੀ ਰਿਆਸਤ ਸੀ ਤੇ ਦੋਵੇਂ ਇੱਥੋਂ ਦੇ ਮਾਲਕ ਤੇ ਰਾਜਾ ਰਾਣੀ। ਅੱਗੋਂ ਇਹਨਾਂ ਨੂੰ ਅਸੀਂ ਰਾਜਾ ਤੇ ਰਾਣੀ ਦੇ ਨਾਂ ਨਾਲ ਬੁਲਾਵਾਂ ਤੇ ਲਿਖਾਂਗੇ। ਇਹ ਰਾਜਾ ਰਾਣੀ ਖੁਸ਼ ਤਾਂ ਬੜੇ ਸਨ, ਪਰ ਉਹਨਾਂ ਸਾਹਮਣੇ ਇੱਕ ਬੜਾ ਔਖਾ ਕੰਮ ਸੀ। ਉਹਨਾਂ ਦੀ ਆਜ਼ਾਦੀ ਦੇ ਦਿਨ ਜਿਵੇਂ ਮੁੱਕ ਗਏ ਸਨ। ਉਹਨਾਂ ਨੂੰ ਵਾਰੀ-ਵਾਰੀ ਅੰਡਿਆਂ ਤੇ ਬੈਠਣਾ ਪੈਂਦਾ ਤੇ ਬੜੀ ਘੱਟ ਖੁਰਾਕ ਤੇ ਗੁਜ਼ਾਰਾ ਕਰਨਾ ਪੈਂਦਾ, ਪਰ ਉਹ ਇਹਦੇ ਬਾਵਜੂਦ ਬੜੇ ਖੁਸ਼ ਤੇ ਮਾਣ ਲੱਦੇ ਸਨ। ਉਹ ਆਪਣੇ ਜ਼ਹਿਨ ਦੀਆਂ ਅੱਖੀਆਂ ਨਾਲ ਨਿੱਕੇ-ਨਿੱਕੇ ਪੈਲੀਕਨ ਆਪਣੇ ਆਲੇ ਦੁਆਲੇ ਨੱਸਦੇ, ਭੱਜਦੇ, ਤਰਦੇ ਤੇ ਖੇਡਾਂ ਕਰਦੇ ਵੇਖ ਸਕਦੇ ਸਨ। ਪਰ ਗੱਲ ਇੰਨੀ ਸੌਖੀ ਤੇ ਸਿੱਧੀ ਨਹੀਂ ਸੀ। ਜਦੋਂ ਕੁਦਰਤ ਨੇ ਧਰਤੀ ਉੱਤੇ ਹਯਾਤੀ ਦਾ ਕਾਰਖਾਨਾ ਬਣਾਇਆ, ਉਦੋਂ ਉਹਨੇ 2 ਚੀਜ਼ਾਂ ਵਿੱਚ ਧੜਾ ਕਾਇਮ ਰੱਖਣ ਉੱਤੇ ਢੇਰ ਜ਼ੋਰ ਦਿੱਤਾ। ਪਹਿਲੀ ਸ਼ੈ ਦਾ ਨਾਂ ਹਯਾਤੀ ਤੇ ਦੂਜੀ ਦਾ ਮੌਤ ਏ। ਮੌਤ ਜਾਂ ਤਬਾਹੀ ਦੀ ਤਾਕਤ ਦੇ ਇੱਕ ਤੋਂ ਵੱਧ ਤੇ ਵੰਨ-ਸੁਵੰਨੇ ਰੂਪ ਨੇ, ਜਦਕਿ ਪੈਦਾਇਸ਼ ਜਾਂ ਹਯਾਤੀ ਦਾ ਇੱਕੋ ਇੱਕ ਜ਼ਰੀਆ ਏ। ਇਹਨਾਂ ਦੋਵਾਂ ਵੱਡਿਆਂ ਸ਼ਰੀਕਾਂ ਵਿਚਕਾਰ ਅਜ਼ਲ ਤੋਂ ਯੁੱਧ ਆਉਂਦਾ ਆਇਆ। ਜਿੱਥੇ ਵੀ ਹਯਾਤੀ ਹੋਏਗੀ ਉੱਥੇ ਮੌਤ ਵੀ ਜ਼ਰੂਰ ਫੇਰਾ ਪਾਏਗੀ ਤੇ ਵੰਨ-ਸੁਵੰਨੀਆਂ ਸ਼ਕਲਾਂ ਦੇ ਰੂਪ ਵਟਾ ਕੇ ਇੰਜ ਹਯਾਤੀ ਮੌਤ ਜਾਂ ਤਬਾਹੀ ਦੀ ਛਤਰ ਛਾਵੇਂ ਵਧਣ ਫੁੱਲਣ ਦੇ ਬੜੇ ਔਖੇ ਕੰਮ 'ਚ ਰੁੱਝੀ ਰਹਿੰਦੀ ਏ ਤੇ ਕਦੇ ਵੀ ਸੁੱਖ ਦਾ ਸਾਹ ਨਹੀਂ ਲੈ ਸਕਦੀ। ਸਾਡੇ ਦੋਵੇਂ ਪੈਲੀਕਨ ਰਾਜਾ ਰਾਣੀ ਵੀ ਖੁਸ਼-ਖੁਸ਼ ਪਰ ਡਰੇ-ਡਰੇ ਆਪਣੇ ਕੰਮ 'ਚ ਰੁੱਝੇ ਹੋਏ ਸਨ। ਹਯਾਤੀ ਨੂੰ ਅੱਗੇ ਟੋਰਨ ਦਾ ਜਿਹੜਾ ਕੰਮ ਕੁਦਰਤ ਵੱਲੋਂ ਉਹਨਾਂ ਦੇ ਸਪੁਰਦ ਕੀਤਾ ਗਿਆ ਸੀ, ਉਹ ਦੋਵੇਂ ਜੀ ਉਹਦੀ ਅਹਿਮੀਅਤ ਦੇ ਚੰਗੀ ਤਰ੍ਹਾਂ ਜਾਣੂ ਸਨ ਤੇ ਆਪਣੇ ਵੱਲੋਂ ਉਹਨਾਂ ਕੋਈ ਵੀ ਕਸਰ ਬਾਕੀ ਨਹੀਂ ਸੀ ਛੱਡੀ। ਅੰਡਿਆਂ 'ਚੋਂ ਬੱਚੇ ਨਿਕਲਣ ਦੇ ਦਿਨ ਸਿਰ ਤੇ ਖਲੋਤੇ ਸਨ ਜਦੋਂ ਹਯਾਤੀ ਦੇ ਵੈਰੀਆਂ ਵੱਲੋਂ ਪਹਿਲਾ ਵਾਰ ਹੋਇਆ। ਸ਼ਾਮਾਂ ਵੇਲੇ ਜਦੋਂ ਸੂਰਜ ਅੰਦਰ ਬਾਹਰ ਸੀ, ਰਾਣੀ ਸ਼ਿਕਾਰ ਕਰਨ ਲਈ ਅੰਡਿਆਂ ਤੋਂ ਉੱਠ ਕੇ ਗਈ, ਪਰ ਵਾਪਸ ਨਾ ਆਈ। ਰਾਜਾ ਉਹਨੂੰ ਉਡੀਕਦਾ ਹੀ ਰਹਿ ਗਿਆ। ਸ਼ਾਮਾਂ ਵੇਲੇ ਅੰਡਿਆਂ 'ਚੋਂ ਪਹਿਲਾ ਜੀ ਬਾਹਰ ਆ ਨਿਕਲਿਆ ਤੇ ਫਿਰ ਚੱਲ ਸੋ ਚੱਲ, ਰਾਤੋਂ ਰਾਤ 8 ਦੇ 8 ਅੰਡਿਆਂ 'ਚੋਂ ਬੱਚੇ ਨਿਕਲ ਆਏ ਤੇ ਫਿਰ ਫਜਰੋ ਫਜਰ ਉਹਨੂੰ ਜਿਹੜਾ 2 ਦਿਨ ਦਾ ਭੁੱਖਾ ਸੀ, ਆਪਣੇ ਤੇ ਉਹਨਾਂ 8 ਨਿੱਕੀਆਂ-ਨਿੱਕੀਆਂ ਜਾਨਾਂ ਲਈ ਰਿਜ਼ਕ ਦਾ ਬੰਦੋਬਸਤ ਕਰਨਾ ਸੀ ਤੇ ਇਹ ਕੰਮ 1-2 ਦਿਨਾਂ 'ਚ ਮੁੱਕਣ ਵਾਲਾ ਨਹੀਂ ਸੀ, ਜਿਹਦੇ ਕਰਕੇ ਰਾਜੇ ਨੂੰ ਰਾਣੀ ਦਾ ਪਤਾ ਕਰਨ ਦੀ ਮੁਹਲਤ ਹੀ ਨਾ ਮਿਲੀ। ਹੁਣ ਬੱਚੇ 15 ਦਿਨ ਦੇ ਹੋ ਗਏ ਸਨ। ਉਹਨਾਂ ਉੱਤੇ ਚਿੱਟੀ ਰੂੰ ਵਰਗੀ ਬੜੀ ਨਾਜ਼ੁਕ ਜੱਤ ਉੱਗ ਆਈ ਸੀ ਤੇ ਆਲ੍ਹਣੇ ਵਿੱਚੋਂ 2-4 ਕਦਮ ਬਾਹਰ ਵੀ ਟੁਰ ਕੇ ਜਾ ਸਕਦੇ ਸਨ। ਜਿਉਂ-ਜਿਉਂ ਬੱਚੇ ਨਰੋਏ ਤੇ ਵੱਡੇ ਹੁੰਦੇ ਗਏ, ਰਾਜਾ ਸੁੱਕਦਾ ਗਿਆ। ਉਹ ਆਪਣੇ ਬੋਟਾਂ ਦੀਆਂ ਜ਼ਰੂਰਤਾਂ ਹੀ ਬੜੀ ਮੁਸ਼ਕਿਲ ਨਾਲ ਪੂਰੀਆਂ ਕਰ ਸਕਦਾ ਸੀ। ਆਪ ਉਹ ਬਸ ਓਨਾ ਹੀ ਖਾਂਦਾ ਜਿਹੜਾ ਉਹਨੂੰ ਜਿਉਂਦਾ ਰੱਖਣ ਲਈ ਜ਼ਰੂਰੀ ਸੀ। ਉਹਦੇ ਬੋਟ ਵੱਧਦੇ ਪਏ ਸਨ ਤੇ ਉਹਨਾਂ ਨੂੰ ਦਿਨ ਬ ਦਿਨ ਬਹੁਤੀ ਤੋਂ ਬਹੁਤੀ ਖੁਰਾਕ ਦੀ ਲੋੜ ਸੀ ਤੇ ਰਾਜਾ ਉਹਨਾਂ ਲਈ ਚੋਗ ਲੱਭਦਾ ਫਾਵਾ ਹੋ ਗਿਆ। ਸੂਰਜ ਨਿਕਲਣ ਤੋਂ ਜ਼ਰਾ ਪਹਿਲੋਂ ਤੋਂ ਲੈ ਕੇ ਸੂਰਜ ਡੁੱਬਣ ਤੇ ਬਾਅਦ ਤੀਕਰ ਉਹ ਸਿਰ ਸੁੱਟ ਕੇ ਆਲ੍ਹਣੇ ਦੇ ਆਲੇ ਦੁਆਲੇ ਦੂਰ-ਦੂਰ ਤੀਕ ਚੋਗ ਲੱਭਦਾ ਫਿਰਦਾ, ਥੱਕ ਕੇ ਚੂਰ ਹੋ ਜਾਂਦਾ, ਪਰ ਉਹਨੇ ਆਪਣੇ ਬੋਟਾਂ ਨੂੰ ਚੋਗੇ ਦੀ ਥੋੜ ਨਾ ਆਵਣ ਦਿੱਤੀ। ਪਰ ਸਭ ਕੁਝ ਤੇ ਕਦੀ ਵੀ ਕਿਸੇ ਦੇ ਵੱਸ 'ਚ ਨਹੀਂ ਹੁੰਦਾ। ਮੰਦੇ ਭਾਗ ਉਸ ਨਿਮਾਣੇ ਦੇ। ਐਤਕੀ ਮੀਂਹ ਵੇਲੇ ਸਿਰ ਨਹੀਂ ਸੀ ਵਸਿਆ ਤੇ ਅੱਗੋਂ ਵੀ ਛੇਤੀ ਕੀਤਿਆਂ ਇਹਦੇ ਵਸਣ ਦੇ ਕੋਈ ਨਿਸ਼ਾਨ ਨਹੀਂ ਸਨ ਦਿਸਦੇ। ਮੀਂਹ ਨਾ ਹੋਣ ਕਰਕੇ ਅਥਲੇ ਛੱਪੜ ਸੁੱਕ ਗਏ ਸਨ ਤੇ ਉਹਨਾਂ 'ਚ ਵਸਦੇ ਡੱਡੂ ਮੱਛੀਆਂ ਬਹੁਤੇ ਦੇ ਮਰ ਗਏ ਸਨ ਤੇ ਕੁਝ ਡੂੰਘੀ ਭੂੰਈ ਦੀ ਵੱਤਰ ਵਾਲੀ ਮਿੱਟੀ 'ਚ ਜਿੱਥੇ ਕੁਦਰਤ ਨੇ ਇੰਜ ਦੇ ਪਨਾਹਗੀਰਾਂ ਲਈ ਖੋਖਲੇ ਪੈਕੇਟ ਬਣਾਏ ਹੁੰਦੇ ਨੇ ਤੇ ਜਾਂ ਲੁਕੇ ਸਨ। ਇੱਥੇ ਮੀਂਹ ਆਵਣ ਤੀਕਰ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ। ਹੁਣ ਥੋੜ੍ਹੇ ਜਿਹੇ ਵੱਡੇ ਟੋਇਆਂ 'ਚ ਪਾਣੀ ਖਲੋਤਾ ਰਹਿ ਗਿਆ ਸੀ, ਪਰ ਇਹ ਵੀ ਸੁੱਕਣ ਹੀ ਵਾਲੇ ਸਨ। ਇਹ ਅਸਲ 'ਚ ਮੌਤ ਵੱਲੋਂ ਦੂਜਾ ਤੇ ਸਭਨਾਂ ਤੋਂ ਖਤਰਨਾਕ ਵਾਰ ਸੀ। ਇਹਨੂੰ ਸੋਕਾ ਆਖਦੇ ਨੇ। ਹਰ 10-12 ਵਰ੍ਹਿਆਂ ਮਗਰੋਂ ਮੀਂਹ ਵੇਲੇ ਸਿਰ ਨਹੀਂ ਸੀ ਵਸਦੇ, ਸਭੇ ਧਨਾਂ ਸੁੱਕ ਜਾਂਦੀਆਂ ਨੇ ਤੇ ਦਰਿਆ ਵਿੱਚੋਂ ਵੀ ਪਾਣੀ ਮੁੱਕ ਜਾਂਦਾ ਹੈ। ਜ਼ਮੀਨ ਧੁੱਪ ਤੇ ਖੁਸ਼ਕੀ ਕਰਕੇ ਖੇਰੂ ਹੋ ਜਾਂਦੀ ਹੈ ਤੇ ਮੌਤ ਇੱਜੜਾਂ ਦੇ ਇੱਜੜ ਹੁੰਝਾ ਫੇਰ ਕੇ ਲੈ ਜਾਂਦੀ ਹੈ। ਅਖੀਰ ਉੱਤੇ ਮੀਂਹ ਵਸਣ ਤੀਕਰ ਥੋੜ੍ਹੇ ਜਿਹੇ ਨਸੀਬਾਂ ਵਾਲੇ ਜੀ ਬਚਦੇ ਨੇ ਤੇ ਪੈਲੀਕਨ ਰਾਜਾ ਦੀ ਬਦਕਿਸਮਤੀ ਸਮਝੋ ਇਹ ਵੀ ਸੋਕੇ ਦਾ ਸਾਲ ਸੀ। ਹੌਲੀ-ਹੌਲੀ ਪਾਣੀ ਜਿਹੜਾ ਹਯਾਤੀ ਦਾ ਮੋਢੇ ਮੁੱਕ ਗਿਆ। ਅਣਗਿਣਤ ਛੋਟੇ ਵੱਡੇ ਜਾਨਦਾਰ ਇੱਜੜਾਂ ਦੇ ਇੱਜੜ ਭੁੱਖੇ ਪਿਆਸੇ ਮਰ ਗਏ। ਹਰ ਪਾਸੇ ਮੌਤ ਨੱਚਦੀ ਫਿਰਦੀ ਸੀ। ਪਹਿਲੋਂ ਹਰ ਪਾਸੇ ਉੱਗਿਆ
ਸਬਜ਼ਾ ਪਾਣੀ ਦੀ ਥੋੜ ਕਰਕੇ ਸੁੱਕ ਗਿਆ ਤੇ ਫਿਰ ਕਿਸੇ ਨਾ ਕਿਸੇ ਤਰ੍ਹਾਂ ਸੁੱਕੇ ਹੋਏ ਘਾਹ ਨੂੰ ਅੱਗ ਲਾਈ ਗਈ। ਅੱਗ ਲੱਗ ਗਈ, ਸਭ ਕੁਝ ਸੜ ਕੇ ਸੁਆਹ ਹੋ ਗਿਆ, ਸਿਵਾਏ ਨੜਿਆਂ ਦੇ ਬੇਲੇ ਦੇ। ਇਹ ਅਜੇ ਵੀ ਹਰੇ ਕਚੂਰ ਸਨ ਤੇ ਉਹਨਾਂ ਵਿਚਕਾਰ ਅਜੇ ਵੀ ਕਿਧਰੇ ਕਿਧਰੇ ਪਾਣੀ ਲੱਭ ਜਾਂਦਾ ਸੀ। ਨੜਾ ਅਸਲ 'ਚ ਕੁਦਰਤ ਵੱਲੋਂ ਪਾਣੀ ਦੀ 10 ਪਾਵਨ ਵਾਲਾ ਝੰਡਾ ਹੈ। ਇੱਥੇ ਜਿੱਥੇ ਨੜੇ ਹੋਣਗੇ ਉੱਥੇ ਪਾਣੀ ਵੀ ਜ਼ਰੂਰ ਹੋਏਗਾ, ਭਾਵੇਂ ਘੱਟ ਹੋਵੇ ਪਰ ਹੋਏਗਾ ਜ਼ਰੂਰ। ਪਰ ਰਾਜੇ ਲਈ ਖੁਰਾਕ ਲੱਭਣਾ ਦਿਨੋਂ ਦਿਨ ਔਖੇ ਤੋਂ ਔਖਾ ਹੁੰਦਾ ਗਿਆ। ਹੁਣ ਉਹ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ ਸੀ। ਅੱਜ ਰਾਣੀ ਜਿਉਂਦੀ ਹੁੰਦੀ ਤਾਂ ਉਹਨੂੰ ਕੁਝ ਨਾ ਕੁਝ ਸੁੱਖ ਦਾ ਸਾਹ ਜ਼ਰੂਰ ਲੱਭ ਜਾਂਦਾ, ਪਰ ਹੁਣ ਉਹ ਕੱਲਮ ਕੱਲਾ ਸੀ। ਜੇ ਛੇਤੀ ਔੜ ਨਾ ਮੁੱਕੀ ਤਾਂ ਫਿਰ ਉਹਨੂੰ ਤੇ ਉਹਦੇ ਬੋਟਾਂ ਨੂੰ ਮਰਨ ਤੋਂ ਕੋਈ ਨਹੀਂ ਸੀ ਬਚਾ ਸਕਦਾ। ਫਿਰ ਉਹ ਦਿਨ ਵੀ ਆ ਗਿਆ ਜਦੋਂ ਸਾਰੇ ਦਿਨ ਦੀ ਖਵਾਰੀ ਮਗਰੋਂ ਰਾਜੇ ਨੂੰ ਕੋਈ ਅਜਿਹੀ ਚੀਜ਼ ਨਾ ਲੱਭੀ ਜਿਹੜੀ ਉਹ ਆਪਣੇ ਬੋਟਾਂ ਦੀਆਂ ਟੱਡੀਆਂ ਹੋਈਆਂ ਚੁੰਝਾਂ 'ਚ ਦੇ ਸਕਦਾ। ਉਹ ਆਪ ਪਹਿਲਾਂ ਹੀ 3 ਦਿਨਾਂ ਦਾ ਭੁੱਖਾ ਸੀ ਤੇ ਅੱਜ ਉਹਦੇ ਬੋਟਾਂ ਉੱਤੇ ਵੀ ਭੁੱਖ ਵਾਪਰ ਗਈ ਸੀ। ਇੰਜ 2 ਦਿਨ ਹੋਰ ਲੰਘ ਗਏ। ਪੂਰੇ ਬੇਲੇ 'ਚ ਇੱਕੋ ਥਾਂ ਉੱਤੇ ਥੋੜ੍ਹਾ ਜਿਹਾ ਅਥਲਾ ਪਾਣੀ ਖਲੋਤਾ ਰਹਿ ਗਿਆ। ਇੱਥੋਂ ਰਾਜਾ ਕਾਈ ਤੇ ਪਾਣੀ ਆਪਣੀ ਚੁੰਝ 'ਚ ਭਰ ਭਰ ਕੇ ਲਿਆਉਂਦਾ ਰਿਹਾ ਤੇ ਆਪਣੇ ਬੋਟਾਂ ਨੂੰ ਦਿੰਦਾ ਰਿਹਾ, ਪਰ ਕਦੋਂ ਤੀਕਰ? ਇਹ ਪਾਣੀ ਵੀ ਬਸ 2 ਦਿਨਾਂ 'ਚ ਮੁੱਕਣ ਹੀ ਵਾਲਾ ਸੀ। ਪਰ ਰਾਜਾ ਅਜੇ ਵੀ ਨਾ ਉਮੀਦ ਨਹੀਂ ਸੀ। ਉਹਦੇ ਕੋਲ ਇੱਕ ਆਖਰੀ ਹਥਿਆਰ ਬਾਕੀ ਸੀ, ਮੌਤ ਦਾ ਹਥਿਆਰ। ਉਹ ਹਥਿਆਰ ਹੀ ਮੌਤ ਦਾ ਮੁਕਾਬਲਾ ਮੌਤ ਨਾਲ ਕਰ ਸਕਦਾ ਸੀ ਤੇ ਕਰੇਗਾ, ਜਿਵੇਂ ਉਹਦੇ ਵੱਡਕੇ ਪੁਰਖਾਂ ਤੋਂ ਕਰਦੇ ਆਏ ਸਨ। ਉਹਦੇ ਬੋਟ ਹੁਣ ਹੌਲੀ ਹੌਲੀ ਟੁਰ ਸਕਦੇ ਸਨ ਤੇ ਫਿਰ ਰਾਜਾ ਪੈਲੀਕਨ ਉਹਨਾਂ ਨੂੰ ਨਾਲ ਲੈ ਕੇ ਉਸ ਡੂੰਘੀ ਭੂਈ 'ਤੇ ਅੱਪੜ ਗਿਆ, ਜਿਹਦਾ ਪਾਣੀ ਹੁਣੇ ਸੁੱਕਿਆ ਸੀ, ਪਰ ਉਹ ਅਜੇ ਵੀ ਗਿੱਲੀ ਤੇ ਠੰਡੀ ਸੀ। ਇਹ ਥਾਂ ਉਹਨੂੰ ਚੰਗੀ ਲੱਗੀ ਸੀ। ਉਹ ਇੱਥੇ ਬੈਠ ਗਿਆ ਤੇ ਉਹਦੇ ਆਲੇ ਦੁਆਲੇ ਉਹਦਾ ਚਿੰਗਰ ਬੋਟ ਵੀ ਬੈਠ ਗਿਆ। ਉਹਨਾਂ ਬੋਟਾਂ ਨੂੰ ਬਸ ਰਾਜੇ ਦਾ ਹੀ ਆਸਰਾ ਸੀ, ਪਰ ਰਾਜੇ ਦੇ ਵੱਸ 'ਚ ਹੁਣ ਕੁਝ ਵੀ ਨਹੀਂ ਸੀ ਰਹਿ ਗਿਆ। ਉਹ ਬੜੇ ਚਿਰ ਤੀਕਰ ਬੈਠਾ ਰਿਹਾ, ਜਿਵੇਂ ਕੁਝ ਸੋਚਦਾ ਹੋਵੇ। ਅੱਜ ਉਹ ਚੋਗਾ ਲੱਭਣ ਲਈ ਵੀ ਕਿਧਰੇ ਨਾ ਗਿਆ। ਇਹਦਾ ਫਾਇਦਾ ਵੀ ਕੁਝ ਨਹੀਂ ਸੀ। ਉਹਨੂੰ ਲੱਭਣਾ ਲਭਾਣਾ ਕੁਝ ਨਹੀਂ ਸੀ। ਧਰਤੀ ਆਪ ਭੁੱਖੀ ਤੇ ਤਰਿਹਾਈ ਸੀ। ਉਹਦੇ ਧਰਤੀ ਵਾਸੀਆਂ ਨੂੰ ਪਾਲਣ ਵਾਲੇ ਧਨ ਖੁਸ਼ਕ ਹੋ ਗਏ ਸਨ ਤੇ ਭੁੱਖ ਪਿਆਸ ਕਰਕੇ ਉਹਦੀ ਸ਼ਕਲ ਸੂਰਤ ਵੀ ਕੁਝ ਹੀ ਹੋ ਗਈ ਸੀ। ਭੁੱਖ ਪਿਆਸ ਕਰਕੇ ਉਹ ਜ਼ਾਲਮ ਵੀ ਹੋ ਗਈ ਸੀ। ਹਰ ਪਾਸੇ ਮੌਤ ਤੇ ਖੁਸ਼ਕੀ ਦਾ ਰਾਜ ਸੀ। ਹੁਣ ਉਹਦੇ ਸਾਹਮਣੇ ਇੱਕੋ ਹੀ ਰਾਹ ਬਾਕੀ ਬਚੀ ਸੀ, ਮੌਤ ਦੀ ਰਾਹ। ਜਿਵੇਂ ਲੋਹਾ ਲੋਹੇ ਨੂੰ ਕੱਟਦਾ, ਇੰਝ ਹੀ ਮੌਤ ਵੀ ਮੌਤ ਦਾ ਤੋੜ ਸੀ। ਉਹ ਆਪਣੀ ਜਾਨ ਦੀ ਕੀਮਤ ਉੱਤੇ ਆਪਣੇ ਬੋਟਾਂ ਲਈ ਕੁਝ ਦਿਨ ਦੀ ਹੋਰ ਮੋਹਲਤ ਲੈ ਸਕਦਾ ਸੀ। ਹੋ ਸਕਦਾ ਇਸ ਮੋਹਲਤ ਦੇ ਦੌਰਾਨ ਵੇਲੇ ਦੀ ਇਮਦਾਦ ਬਹੁੜ ਪਵੇ, ਪਰ ਜੋ ਕੁਝ ਕਰਨਾ ਹੈ ਛੇਤੀ ਕਰਨਾ ਹੋਏਗਾ। ਫਿਰ ਉਹ ਸਾਰਾ ਦਿਨ ਇੱਕੋ ਕੰਮ 'ਚ ਰੁੱਝਿਆ ਰਿਹਾ। ਉਹ ਆਪਣੇ ਢਿੱਡ ਉੱਤੋਂ ਪਰ, ਲੂੰ ਤੇ ਕਲੀਆਂ ਪੁੱਟਦਾ ਰਿਹਾ। ਇਹ ਕੰਮ ਉਹਨੇ ਬੜਾ ਜੀਅ ਲਾ ਕੇ ਕੀਤਾ ਤੇ ਸ਼ਾਮ ਤੀਕਰ ਉਹਦੇ ਜੁੱਸੇ ਦੇ ਥੱਲੇ ਦਾ ਸਾਰਾ ਹਿੱਸਾ ਇੰਜ ਸਾਫ਼ ਹੋ ਗਿਆ ਜਿਵੇਂ ਕਿਸੇ ਨੇ ਉਸਤਰੇ ਨਾਲ ਸਫਾਈ ਕੀਤੀ ਹੋਵੇ। ਕਿਧਰੇ ਇੱਕ ਲੂੰ ਵੀ ਬਾਕੀ ਨਹੀਂ ਬਚਿਆ। ਇਹਦੇ ਮਗਰੋਂ ਉਹਨੇ ਆਪਣੀ ਤੇਜ਼ ਚੁੰਝ ਨਾਲ ਚੀਰਾ ਦੇ ਕੇ ਆਪਣੀ ਖੱਲ ਦਾ ਕੋਈ 2 ਇੰਚ ਚੌੜਾ ਤੇ 6 ਇੰਚ ਲੰਮਾ ਟੋਟਾ ਖਿੱਚ ਕੇ ਧਰੂ ਕੇ ਪਰਾਂ ਸੁੱਟ ਦਿੱਤਾ। ਖੱਲ ਥੱਲਿਓਂ ਉਹਦਾ ਨਰਮ ਮਾਸ ਦਿਸਣ ਲੱਗ ਪਿਆ ਤੇ ਇਹਦੇ 'ਚੋਂ ਸਿਮ ਦਾ ਲਹੂ ਫੁੱਟ ਖਲੋਤਾ। ਹੁਣ ਸੂਰਜ ਡੁੱਬ ਗਿਆ ਸੀ ਤੇ ਹਰ ਪਾਸੇ ਹਨੇਰਾ ਹੀ ਹਨੇਰਾ ਸੀ। ਰਾਜਾ ਆਪਣੇ ਪੈਰਾਂ 'ਤੇ ਚੰਗੀ ਤਰ੍ਹਾਂ ਸਿੱਧਾ ਹੋ ਕੇ ਖਲੋ ਗਿਆ। ਆਪਣੀ ਲੰਮੀ ਚੁੰਝ ਤੇ ਗਿੱਚੀ ਉੱਚੀ ਤਾਣ ਕੇ ਇੱਕ ਸੀਧ 'ਚ ਕੀਤੀ ਤੇ ਫਿਰ ਹੌਲੀ ਹੌਲੀ ਉਹਦੀ ਚੁੰਝ ਜਿਵੇਂ ਉਹਦੀ ਸ਼ਾਹ ਰਗ 'ਚ ਜਜ਼ਬ ਪਈ ਹੁੰਦੀ ਹੋਵੇ। ਪਹਿਲਾਂ ਉਹਦੀਆਂ ਅੱਖੀਆਂ ਧੌਣ ਦੇ ਅੰਦਰ ਧੱਸ ਗਈਆਂ ਤੇ ਫਿਰ ਬੜੀ ਹੌਲੀ ਹੌਲੀ ਉਹਦੀ ਪੂਰੀ ਚੁੰਝ ਧੌਣ ਨਾਲ ਲਮਕੀ ਹੋਈ ਪੋਟੀ 'ਚ ਸਮਾ ਗਈ। ਤੇ ਜਦੋਂ ਪੈਲੀਕਨ ਰਾਜਾ ਭੂਈ 'ਤੇ ਡਿੱਗਾ, ਉਦੋਂ ਹਰ ਪਾਸੇ ਹਨੇਰਾ ਸੀ, ਜਿਸ ਕਰਕੇ ਉਹਦੇ ਬੋਟਾਂ ਨੂੰ ਕੁਝ ਵੀ ਪਤਾ ਨਾ ਲੱਗਾ। ਉਹ ਰਾਜੇ ਦੇ ਆਲੇ ਦੁਆਲੇ ਉਂਝ ਹੀ ਬੈਠੇ ਰਹੇ, ਉਦਾਸ ਤੇ ਡਰੇ ਭੁੱਖੇ ਭਾਣੇ। ਦੂਜੇ ਦਿਨ ਫਜਰੇ ਰਾਜਾ ਇੰਝ ਪਾਸੇ ਭਰਨੇ ਭੂਈ 'ਤੇ ਡਿੱਗਾ ਹੋਇਆ ਸੀ ਜਿਵੇਂ ਖੱਲ ਲੱਥੀ ਥਾਂ ਦਾ ਗੋਸ਼ਤ ਆਪਣੇ ਬੋਟਾਂ ਨੂੰ ਵਿਖਾਉਂਦਾ ਹੋਵੇ। ਦੁਪਹਿਰ ਤੀਕਰ ਬੋਟ ਉਹਦੇ ਆਲੇ ਦੁਆਲੇ ਫਿਰਦੇ ਰਹੇ ਤੇ ਫਿਰ ਉਹਨਾਂ ਨੇ ਰਾਜੇ ਨੂੰ, ਜਿਹੜਾ ਚੋਗ ਲੱਭਦਾ ਆਪਣਾ ਹੀ ਚੋਗ ਬਣ ਗਿਆ ਸੀ, ਖਾਣਾ ਸ਼ੁਰੂ ਕਰ ਦਿੱਤਾ। ਚੰਗਾ ਤੰਦਰੁਸਤ ਪੈਲੀਕਨ 8 ਤੋਂ 10 ਕਿਲੋ ਦੇ ਦਰਮਿਆਨ ਵਜ਼ਨ ਦਾ ਹੁੰਦਾ ਹੈ। ਰਾਜਾ ਭਾਵੇਂ ਰੁਲ ਗਿਆ ਸੀ, ਪਰ ਅਜੇ ਵੀ 6-7 ਕਿਲੋ ਵਜ਼ਨ ਤੇ ਉਹਦੇ ਹੈ ਹੀ ਸੀ। ਉਹਨਾਂ ਬੋਟਾਂ ਨੂੰ ਘੱਟੋ ਘੱਟ 1 ਹਫ਼ਤੇ ਦੀ ਖੁਰਾਕ ਲੱਭ ਗਈ ਸੀ, ਪਰ ਇਹ 20 ਦਿਨ ਤੀਕਰ ਚੱਲ ਗਈ। ਹੋਇਆ ਇੰਜ ਵੀ ਗੋਸ਼ਤ ਦੀ ਬੋ ਉੱਤੇ ਟੁਰਦੇ ਅਣਗਿਣਤ ਕੀੜੇ ਤੇ ਭੰਬੜ ਖਾਜੇ ਦੀ ਲਾਲਚ ਵਿੱਚ ਆਏ ਤੇ ਉਲਟਾ ਆਪ ਹੀ ਪੈਲੀਕਨ ਬੋਟਾਂ ਦਾ ਸ਼ਿਕਾਰ ਬਣ ਗਏ। ਪਾਣੀ ਲਈ ਆਪਣੀ ਚੁੰਝ ਭੂਈ 'ਚ ਗੱਡ ਦਿੰਦੇ ਤੇ ਥੋੜ੍ਹੇ ਚਿਰ ਮਗਰੋਂ ਹੀ ਦੁਆਲਿਓਂ 1-2 ਪਾਣੀ ਦੀਆਂ ਬੂੰਦਾਂ ਉੱਤਰ ਕੇ ਉਹਨਾਂ ਦੀ ਚੁੰਝ ਤਰ ਕਰ ਦਿੰਦੀਆਂ
ਤੇ ਹੁਣ ਇਹ ਬੋਟੜੇ ਨਿੱਕੇ ਨਿੱਕੇ ਪੈਲੀਕਨ ਬਣ ਗਏ ਸਨ। ਉਹਨਾਂ ਦੇ ਜੁੱਸੇ ਚਿੱਟੇ ਰੰਗ ਦੀ ਰੂਹ ਵਰਗੇ ਪਰਾਂ ਨਾਲ ਭਰ ਗਏ ਸਨ ਤੇ ਟੁੰਡ ਮੁੰਡ ਬਾਹਾਂ ਵੀ ਲੰਮੀਆਂ ਲੰਮੀਆਂ ਗਲੀਆਂ ਨਾਲ ਸੱਜ ਕੇ ਸੰਵਰ ਗਈਆਂ ਸਨ। ਪਰ ਅੱਜ ਪੂਰਾ ਦਿਨ ਫਿਰ ਉਹਨਾਂ ਸਭਨਾਂ ਲਈ ਫਾਕੇ ਦੀ ਸੁਗਾਤ ਲੈ ਕੇ ਆਇਆ। ਸ਼ਾਮ ਨੂੰ ਇਹ ਭੁੱਖੇ ਭਾਣੇ ਇੱਕ ਦੂਜੇ ਦੇ ਆਸਰੇ ਨਾਲ ਖਲੋ ਗਏ। ਅੱਧੀ ਰਾਤ ਨੂੰ ਇੱਕਦਮ ਬੇਪਨਾਹ ਬਿਜਲੀ ਚਮਕੀ ਤੇ ਬੱਦਲ ਗੱਜੇ ਤੇ ਫਿਰ ਅਸਮਾਨ ਤੋਂ ਪਾਣੀ ਇੰਝ ਉਤਰਿਆ ਜਿਵੇਂ ਕੋਈ ਦਰਿਆ ਡੱਕਾ ਤੋੜ ਕੇ ਨਿਕਲਦਾ ਹੈ। ਸਵੇਰ ਤੀਕਰ ਹਰ ਪਾਸੇ ਪਾਣੀ ਪਾਣੀ ਹੋ ਗਿਆ। ਨੜਿਆਂ ਦੀ ਜੂਹ 'ਚ ਇੱਕ ਬੜੀ ਧਨ 'ਚ ਤਬਦੀਲ ਹੋ ਗਈ ਜਿਹਦੇ ਕਿਸੇ ਵੀ ਕੰਢੇ ਤੋਂ ਦੂਜਾ ਨਹੀਂ ਸੀ ਦਿਸਦਾ। ਇਸ ਵੱਡੀ ਧਨ ਵਿੱਚ ਥਾਂ ਥਾਂ ਉੱਤੇ ਨਿੱਕੇ ਨਿੱਕੇ ਜ਼ਖੀਰੇ ਵੀ ਉੱਭਰੇ ਸਨ। ਧਰਤੀ ਵਿੱਚੋਂ ਹਯਾਤੀ ਦੇ ਅਣਗਿਣਤ ਨਮੂਨੇ ਜਿਵੇਂ ਪੁੰਗਰ ਖਲੋਤੇ ਸਨ। ਹਰ ਪਾਸੇ ਰਿਜ਼ਕ ਹੀ ਰਿਜ਼ਕ ਖਿਲਰ ਗਿਆ। ਅੱਜ ਉਹਨਾਂ ਨੂੰ ਪਤਾ ਲੱਗਾ ਵੀ ਧਰਤੀ ਕਿੱਡੀ ਸੋਹਣੀ ਤੇ ਹਯਾਤੀ ਕਿੱਡੀ ਸੁਆਦਲੀ ਹੈ। ਇਹ ਸਾਰੇ ਆਪਸ 'ਚ ਖੇਡਾਂ ਕਰਦੇ ਤੇ ਪਾਣੀ 'ਚ ਟੁੱਬੀਆਂ ਲਾਉਂਦੇ ਇੱਧਰ ਉੱਧਰ ਟੁਰਦੇ ਫਿਰਦੇ ਸਨ ਜਦੋਂ ਦੂਰੋਂ ਉਹਨਾਂ ਨੂੰ ਆਪਣਾ ਪਿਓ ਪੈਲੀਕਨ ਆਉਂਦਾ ਦਿਸਿਆ। ਬੜੀ ਹੌਲੀ ਤਰਦਾ ਉਹਨਾਂ ਵੱਲ ਆਉਂਦਾ ਪਿਆ ਸੀ ਜਿਵੇਂ ਪਾਣੀ ਦੇ ਹਲਕੋਰਿਆਂ ਦੇ ਆਸਰੇ 'ਤੇ ਆਉਂਦਾ ਹੋਵੇ। ਪੈਲੀਕਨ ਬੜੀ ਤੇਜ਼ੀ ਨਾਲ ਆਪਣੇ ਪਿਓ ਕੋਲ ਅੱਪੜ ਗਏ ਤੇ ਉਹਦੇ ਆਲੇ ਦੁਆਲੇ ਜਿਵੇਂ ਗਿੱਧਾ ਜਾਂ ਝੁੰਮਰ ਜਾਂ ਕਿੱਕਲੀ ਸ਼ੁਰੂ ਕਰ ਦਿੱਤੀ। ਰਾਜਾ ਪੈਲੀਕਨ ਦੀ ਚੁੰਝ ਉਹਦੀ ਪੋਟਲੀ ਤੋਂ ਬਾਹਰ ਆ ਗਈ ਸੀ। ਉਹਦੇ ਕੋਲ ਖੱਲ ਤੇ ਹੱਡੀਆਂ ਤੋਂ ਵੱਖ ਇੱਕ ਚੀਜ਼ ਬਚੀ ਸੀ। ਇਹ ਸਨ ਉਹਦੀਆਂ ਅੱਖੀਆਂ ਜਿਹੜੀਆਂ ਅਜੇ ਵੀ ਲੱਗਦਾ ਸੀ ਜਿਉਂਦੀਆਂ ਨੇ। ਫਿਰ ਇਹ ਸਾਰਾ ਟੱਬਰ ਹੌਲੀ ਹੌਲੀ ਤਰਦਾ ਦੂਰ ਬੜੀ ਦੂਰ ਨਿਕਲ ਗਿਆ। ਹਰ ਧੰਨਵਾਦ।